ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੇਰਾ ਨਾਮ ਹੈ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਖੇਤੀ ਬਿੱਲਾਂ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ। ਅੱਜ ਉਹਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਵੱਲੋਂ ਪੂਰੇ ਪੰਜਾਬ ਵੱਲੋਂ ਉਹਨਾਂ ਨੂੰ ਚੰਗਾ ਭਰਵਾਂ ਹੁੰਗਾਰਾ ਮਿਲ ਰਿਹਾ। ਕਿਸਾਨ ਵੀਰ ਅੱਜ ਸੜਕਾਂ ਤੇ ਬੈਠੇ ਨੇ। ਉਸ ਦਾ ਕਾਰਨ ਹੈ ਕਿ ਜੋ ਖੇਤੀ ਦੇ ਵਿਰੁੱਧ ਜਿਹੜੇ 3 ਬਿੱਲ ਜਿਹੜੇ ਨੇ ਉਹ ਪਾਸ ਹੋਏ ਨੇ। ਸੋ ਅਸੀਂ ਅਲੱਗ-ਅਲੱਗ ਮਾਹਰਾਂ ਦੇ ਨਾਲ ਇਸ ਵਿਸ਼ੇ ਉੱਪਰ ਗੱਲਬਾਤ ਕਰ ਰਹੇ ਹਾਂ ਕਾਫੀ ਦੇਰ ਤੋਂ, ਤੇ ਅੱਜ ਸਾਡੇ ਨਾਲ ਜੁੜੇ ਨੇ ਇਕੋਨਮੀ ਦੇ ਖੇਤਰ ਦੇ ਮਾਹਰ ਡਾਕਟਰ ਰਜੀਵ ਖੋਸਲਾ ਜੀ, ਜੋ ਕਿ DAV ਕਾਲਜ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਨੇ। ਸੋ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਮਿਹਰਬਾਨੀ ਜੀ, ਬਹੁਤ-ਬਹੁਤ ਜੀ। ਸੋ ਡਾਕਟਰ ਸਾਹਿਬ, ਜਿਹੜੇ ਬਿੱਲ ਪਾਸ ਹੋਏ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਂ ਵੀ ਕੀ ਉਹ ਕਿਸਾਨ ਦੇ ਹੱਕਾਂ ਵਿੱਚ ਜਾਂ ਉਹਨਾਂ ਦੇ ਖਿਲਾਫ ਹੈ? ਦੇਖੋ ਜੀ, ਜਿਹੜਾ ਇਹਦਾ ਮੰਤਵ ਹੈ ਉਹ ਤਾਂ ਠੀਕ ਵੀ ਹੈ, ਕਿਸੇ ਹੱਦ ਤੱਕ ਠੀਕ ਹੈ, ਪਰ ਜਿਹੜੀਆਂ ਉਹਦੇ ਵਿੱਚ ਚੀਜ਼ਾਂ ਪਾਉਣੀਆਂ ਚਾਹੀਦੀਆਂ, ਜਿਹੜੀਆਂ ਪ੍ਰੋਵੀਜ਼ਨਸ ਆਉਣੀਆਂ ਚਾਹੀਦੀਆਂ, ਜਿਨ੍ਹਾਂ ਦਾ ਖਦਸ਼ਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ ਪੰਜਾਬ ਹਰਿਆਣੇ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਚੁੱਕ ਰਹੀਆਂ ਨੇ, ਉਹ ਬੜੀਆਂ ਵਾਜਬ ਨੇ। ਉਹਨਾਂ ਦਾ ਜਿੱਦਾਂ ਖਾਸ ਕਰਕੇ ਕਹਿਣਾ ਵੀ MSP ਨੂੰ ਲੈ ਕੇ ਜਿਹੜਾ ਖਦਸ਼ਾ ਹੈ ਕਿ MSP ਜਿਹੜੀ ਹੈ ਉਹ ਰੁਲ ਜਾਏਗੀ। ਸਰਕਾਰ ਉਹਨੂੰ ਕਿਸੇ ਤਰੀਕੇ ਦੇ ਨਾਲ ਬਿੱਲ ਦੇ ਵਿੱਚ ਨਹੀਂ ਪਾ ਰਹੀ, ਭਾਵੇਂ ਪ੍ਰਧਾਨ ਮੰਤਰੀ ਜੀ ਆਪ ਆ ਕੇ ਐਸ਼ੋਰੈਂਸ ਦੇ ਕੇ ਗਏ ਹੈ ਕਿ ਅਸੀਂ MSP ਤੋਂ ਪਰੇ ਨਹੀਂ ਹੋਵਾਂਗੇ। ਪਰ ਅਰਥਚਾਰੇ ਦੇ ਵਿੱਚ ਜਿੱਥੇ MSP ਹੁਣੇ ਲੋਕਾਂ ਨੂੰ MSP ਦੇ ਰੇਟ ਨਹੀਂ ਮਿਲਦੇ, ਜਿੱਦਾਂ ਅਸੀਂ ਜਿਹੜੀਆਂ ਮੱਕੀ ਦੇ ਕੇਸ ਦੇ ਵਿੱਚ ਦੇਖਦੇ ਆ, ਮੱਕੀ ਦਾ ਜਿਹੜਾ ਰੇਟ ਹੈ ਤਕਰੀਬਨ 1700 ਰੁਪਈਆ ਹੈ, ਤੇ ਜਿਹੜਾ ਕਿਸਾਨ ਨੂੰ ਮਿਲਦਾ ਉਹ 1100, 1200, 1300 ਤੱਕ ਮਿਲਦਾ ਸਾਰਾ। ਤਾਂ ਅਜੇ ਹੀ ਨਹੀਂ ਮਿਲ ਰਹੀ, ਤਾਂ ਜਿਹੜੀਆਂ ਜੇ ਕੱਲ ਨੂੰ ਕਾਰਪੋਰੇਟ ਘਰਾਣੇ ਆ ਗਏ ਇਹਦੇ ਵਿੱਚ, ਇਸ ਸੈਕਟਰ ਦੇ ਵਿੱਚ, ਤਾਂ ਸਮੱਸਿਆਵਾਂ ਹੋਰ ਜਿਹੜੀਆਂ ਗੰਭੀਰ ਹੋ ਸਕਦੀਆਂ ਨੇ। ਤੇ ਇਹ ਸਰਕਾਰਾਂ ਉਹਦੇ ਵਿੱਚ ਪ੍ਰੋਪਰਲੀ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਦੇ ਚ ਰਹੀ ਹੈ, ਸਰਕਾਰ ਨੇ ਇੱਕ ਪਾਸਿਓਂ ਆਪਣਾ ਫਰਮਾਨ ਸੁਣਾਤਾ ਵੀ ਅਸੀਂ ਇਹ ਕਰਾਂਗੇ। ਜੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ, ਪੋਲੀਟੀਕਲ ਪਾਰਟੀਆਂ ਨੂੰ ਕੌਨਫੀਡੈਂਸ ਦੇ ਵਿੱਚ ਲੈਂਦੇ, ਤਾਂ ਮੇਰੇ ਖਿਆਲ ਨਾਲ ਗੱਲਬਾਤ ਹੋ ਸਕਦੀ ਸੀ। ਇਹ ਉਪਰਾਲਾ ਮਾੜਾ ਨਹੀਂ ਹੈ, ਲੇਕਿਨ ਉਹਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਉਸਨੂੰ ਇੰਪਲੀਮੈਂਟ ਕਰੇਗੀ, ਲਾਗੂ ਕਰੇਗੀ, ਉਹ ਸਮੱਸਿਆ ਦੇਖਣ ਵਾਲੀ ਹੈ। ਜੀ। ਪਿੱਛੇ ਜੀ ਇੱਕ ਪ੍ਰਧਾਨ ਮੰਤਰੀ ਜੀ ਦਾ ਇੱਕ ਇੰਟਰਵਿਊ ਹੋਇਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਬਿਹਾਰ ਨਾਲ ਕੰਪੈਰੀਜ਼ਨ ਕੀਤਾ ਸੀਗਾ ਕਿ ਜਿਵੇਂ ਉੱਥੋਂ ਦੇ ਕਿਸਾਨ ਨੇ, ਜਿਵੇਂ ਉਹ ਖੇਤੀਬਾੜੀ ਕਰਦੇ ਨੇ, ਸੋ ਕਹਿੰਦੇ ਕਿ ਪੰਜਾਬ ਜਾਂ ਹੋਰ ਪੂਰੇ ਦੇਸ਼ ਵਿੱਚ ਜਦੋਂ ਇੱਕ ਮੰਡੀ ਜਿਹੜੀ ਹੋ ਜਾਏਗੀ ਤਾਂ ਉਹਨਾਂ ਨੂੰ ਫਾਇਦਾ ਮਿਲੇਗਾ। ਪਰ ਜੇਕਰ ਅਸੀਂ ਬਿਹਾਰ ਦੀ ਗੱਲ ਕਰੀਏ ਤਾਂ ਉੱਥੋਂ ਦੇ ਜਿਹੜੇ ਛੋਟੇ ਕਿਸਾਨ ਹੈ ਉਹ ਅਲੱਗ-ਅਲੱਗ ਥਾਵਾਂ ਤੇ ਜਾ ਕੇ ਕਿਸਾਨੀ ਕਰਦੇ ਨੇ, ਤੇ ਉਹਨਾਂ ਨੂੰ ਸ਼ਾਇਦ ਉਹਨਾਂ ਦਾ ਜਿਹੜਾ ਮੁੱਲ ਹੈ, ਉਹਨਾਂ ਦੀ ਮਿਹਨਤ ਦਾ ਨਹੀਂ ਮਿਲਦਾ। ਸੋ ਆਉਣ ਵਾਲਾ ਸਮਾਂ ਜੇ ਇਹੀ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਾਫੀ ਬੁਰੇ ਪ੍ਰਭਾਵ ਅਸੀਂ ਕਹਿ ਸਕਦੇ ਕਿ ਹਾਂ ਵੀ ਵੇਖਣ ਨੂੰ ਮਿਲ ਸਕਦੇ ਨੇ, ਅਗਰ ਗੱਲ ਕਰੀਏ ਛੋਟੇ ਕਿਸਾਨਾਂ ਦੀ। ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ 101% ਮੈਂ ਤੁਹਾਡੇ ਨਾਲ ਸਮਰਥ ਹਾਂ। ਵੀ ਜਿਹੜੀ ਤੁਸੀਂ ਗੱਲ ਕਹੀ ਹੈ, ਜਿਹੜੀ ਪ੍ਰਧਾਨ ਮੰਤਰੀ ਜੀ ਨੇ ਵੀ ਗੱਲ ਕਹੀ ਹੈ ਨਾ, ਉਹ ਅੱਧੀ ਗੱਲ ਹੈ। ਕਿਉਂਕਿ ਸਾਨੂੰ ਪਤਾ ਹੈ ਵੀ APMC ਐਕਟ ਜਿਹੜਾ ਹੈ, ਜਿਹੜੀਆਂ ਮੰਡੀ ਕਾਨੂੰਨ ਹੈ, ਜਿਹੜੀਆਂ ਮੰਡੀਆਂ ਨੇ, ਉਹ ਬਿਹਾਰ ਦੇ ਵਿੱਚ ਨਹੀਂ ਹੈ। ਤੇ ਜੇ ਅਸੀਂ ਬਿਹਾਰ ਔਰ ਪੰਜਾਬ ਦੀ ਕਿਸਾਨੀ ਦਾ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਬਿਹਾਰ ਦਾ ਜਿਹੜਾ ਕਿਸਾਨ ਹੈ, ਔਸਤਨ ਉਹਦੀ ਜਿਹੜੀ ਕਮਾਈ ਹੈ ਉਹ ਹੈ 44,000 ਰੁਪਈਆ, ਤੇ ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦੀ ਜਿਹੜੀ ਕਮਾਈ ਹੈ ਸਾਲਾਨਾ ਉਹ ਬਣਦੀ ਹੈ 2,17,000 ਰੁਪਈਆ, ਔਸਤਨ ਜਿਹੜੀ ਐਵਰੇਜ ਜਿਹੜੀ ਹੈ। ਤਾਂ ਹੁਣ ਇੱਕ ਪਾਸੇ ਤਾਂ ਇਹ ਚੀਜ਼, ਕਿਉਂਕਿ ਉਹਨਾਂ ਦੀ ਬਿਹਾਰ ਵਾਲਾ ਜਿਹੜਾ ਕਿਸਾਨ ਹੈ ਉਹਦੀ ਫਸਲ ਨਹੀਂ ਚੁੱਕੀ ਜਾਂਦੀ, ਉਹਦੇ ਕਰਕੇ ਉਹਨੂੰ ਸਮੱਸਿਆ ਆ ਰਹੀ ਹੈ। ਸਰਕਾਰ ਨੇ ਐਕਸਪੈਰੀਮੈਂਟ ਕਰਕੇ ਦੇਖ ਲਿਆ, ਬਿਹਾਰ ਦੇ ਵਿੱਚ ਵੀ ਕਿਸੇ ਤਰੀਕੇ ਦੇ ਨਾਲ ਉਹਨਾਂ ਦੀਆਂ ਫਸਲਾਂ ਚੱਕੀਆਂ ਜਾਣ, ਓਪਨ ਮੰਡੀ ਦੇ ਕੇ ਦੇਖ ਲਈ, ਉਹ ਨਹੀਂ ਕੰਮ ਕੀਤੀ। ਇੱਕ ਚੀਜ਼ ਇਹਦੇ ਚ ਜਿਹੜੀ ਦੇਖਣ ਵਾਲੀ ਹੈ ਉਹ ਇਹ ਹੋਏਗੀ ਕਿ ਕੱਲ ਨੂੰ ਜਿਹੜਾ ਕਾਰਪੋਰੇਟ ਆਏਗਾ, ਤੁਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਅਮੈਂਡਮੈਂਟ ਕਰਤੀ ਹੈ ਵੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਹੈ ਵੀ ਤੁਸੀਂ ਜਿਹੜੀਆਂ ਦਾਲਾਂ ਨੇ, ਜਿਹੜਾ ਗੰਡਾ ਹੈ, ਜਿਹੜੇ ਆਲੂ ਨੇ, ਇਹਨਾਂ ਨੂੰ ਐਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚੋਂ ਦੀ ਬਾਹਰ ਲੈ ਗਏ ਹੋ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਇਹਦੇ ਚੋਂ ਬਾਹਰ ਲੈ ਗਏ ਹੋ ਤਾਂ ਇਹਦਾ ਮਤਲਬ ਉਹਨਾਂ ਦੀ ਸਟਾਕਿੰਗ ਹੋ ਸਕਦੀ ਹੈ। ਹੁਣ ਜਿਸ ਚੀਜ਼ ਦਾ ਸਭ ਤੋਂ ਵੱਡਾ ਡਰ ਹੈ ਉਹ ਇਹ ਹੈ ਕਿ ਜਿਹੜਾ ਕਾਰਪੋਰੇਟ ਆਏਗਾ ਉਹ ਉੱਥੋਂ ਦੀ ਖਰੀਦੇਗਾ, ਬਿਹਾਰ ਚੋਂ ਖਰੀਦੇਗਾ, ਬਿਹਾਰ ਚੋਂ ਖਰੀਦ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਵੇਚੇਗਾ, ਲੇਕਿਨ ਵੇਚੇਗਾ ਉਦੋਂ ਜਦੋਂ ਉਹਨੂੰ ਪ੍ਰਾਈਸ ਜਿਹੜਾ ਹੈ, ਜਦੋਂ ਉਹਨੂੰ ਕੀਮਤ ਜਿਹੜੀ ਹੈ ਉਹਨਾਂ ਚੀਜ਼ਾਂ ਦੀ ਆਪਣੇ ਉਹਦੇ ਹਿਸਾਬ ਦੇ ਨਾਲ ਠੀਕ ਮਿਲੇਗੀ। ਤਾਂ ਇਹ ਚੀਜ਼ ਜਿਹੜੀ ਹੈ ਨਾ ਜੀ, ਇੱਥੇ ਕਿਤੇ ਨਾ ਕਿਤੇ ਕਾਰਪੋਰੇਟ ਵਾਲੇ ਪੰਜਾਬ ਦੇ ਫਾਰਮਰ ਨੂੰ, ਪੰਜਾਬ ਦੀ ਕਿਸਾਨੀ ਨੂੰ ਹਿੱਟ ਕਰ ਸਕਦੇ ਆ, ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੋਏਗੀ ਉਹ ਜ਼ਿਆਦਾ ਹੋਈ। ਸਾਡੀ ਕਿਸਾਨੀ ਬਹੁਤ ਵੱਡੀ ਹੈ,
ਕਿਸਾਨ ਜਿਹੜਾ ਹੈ ਘਰਾਣੇ ਤਾਂ ਥੋੜੇ ਜਿਹੇ ਹੋਣਗੇ, ਕਿਸਾਨੀ ਬਹੁਤ ਵੱਡੀ ਹੋਏਗੀ ਤਾਂ ਉੱਥੇ ਸਮੱਸਿਆ ਆ ਜਾਏਗੀ, ਉਹਨਾਂ ਦੀ ਬਾਰਗੇਨਿੰਗ ਪਾਵਰ ਟੁੱਟ ਜਾਏਗੀ। ਕਿਸਾਨ ਦੇ ਹੱਥ 'ਚ ਬਾਰਗੇਨਿੰਗ ਪਾਵਰ ਨਹੀਂ ਹੋਏਗੀ, ਬਾਰਗੇਨਿੰਗ ਪਾਵਰ ਜਿਹੜੀ ਹੋਏਗੀ ਉਹ ਕੰਪਨੀ ਦੇ ਹੱਥ ਦੇ ਵਿੱਚ ਹੋਏਗੀ। ਇਹ ਪ੍ਰੋਬਲਮ ਆ ਸਕਦੀ ਹੈ ਜੀ। ਇੱਕ ਹੋਰ ਗੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੁੰਦੇ ਜਾਣਗੇ ਤੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੁੰਦੇ ਜਾਣਗੇ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਮੈਂ ਇਹਨੂੰ ਇਸੇ ਚੀਜ਼ ਦੇ ਨਾਲ ਜੋੜ ਕੇ ਦੇਖਣਾ ਚਾਹੁੰਦਾ ਜੀ ਵੀ ਦੇਖੋ, ਇਹਦੇ 'ਚ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਤਾਂ ਲੈ ਜਾਣਗੇ, ਉਹਨਾਂ ਨੂੰ ਤਾਂ ਫਾਇਦਾ ਹੋ ਹੀ ਜਾਏਗਾ। ਜਿਹੜਾ ਆੜ੍ਹਤੀ ਹੈ, ਤੁਸੀਂ ਆੜ੍ਹਤੀਏ ਦੀ ਜਿਹੜੀ ਨੌਕਰੀ ਹੈ ਉਹ ਲੈ ਲਈ, ਕਿਸਾਨਾਂ ਦੀ ਨੌਕਰੀ ਹਜੇ ਵੀ ਜੇ ਅਸੀਂ ਕਿਸਾਨੀ ਵੱਲ ਨੂੰ ਦੇਖਦੇ ਹਾਂ ਤਾਂ ਕਿਸਾਨਾਂ ਦੀ ਜਿਹੜੀ 60% ਜਿਹੜੀ ਉਹਨਾਂ ਦੀ ਇਨਕਮ ਆਉਂਦੀ ਹੈ ਉਹ ਨੌਨ ਫਾਰਮ ਐਕਟੀਵਿਟੀਜ਼ ਚੋਂ ਹੈ। 40% ਕਿਸਾਨੀ ਦੀ ਜਿਹੜੀ ਇਨਕਮ ਆ ਰਹੀ ਹੈ ਉਹ ਆਉਂਦੀ ਹੈ ਫਾਰਮਿੰਗ ਐਕਟੀਵਿਟੀਜ਼ ਤੋਂ। ਇਸ ਤੋਂ ਇਲਾਵਾ ਉਹ ਕੀ ਕਰਦਾ, ਕਿਰਤੀ ਦਾ ਕੰਮ ਕਰਦਾ। ਕਿਤੇ ਨਾ ਕਿਤੇ ਜਦੋਂ ਆਫ ਸੀਜ਼ਨ ਹੋ ਜਾਂਦਾ, ਜਦੋਂ ਉਹਦੀ ਫਸਲ ਜਿਹੜੀ ਹੈ ਉਹਦੀ ਹਾਰਵੈਸਟਿੰਗ ਹੋ ਗਈ, ਉਸ ਤੋਂ ਬਾਅਦ ਉਹ ਕੰਮ ਜਿਹੜੇ ਦੂਜੇ ਪਾਸੇ ਨੂੰ ਕਰ ਪੈਂਦਾ, ਪਸ਼ੂ ਧਨ ਦੇ ਵਿੱਚ ਲੱਗ ਜਾਂਦਾ, ਤਾਂ ਉਹ ਦੁੱਧ ਵੇਚਣ ਲੱਗ ਜਾਂਦਾ। ਇਹ ਚੀਜ਼ਾਂ ਜਿਹੜੀਆਂ ਨੇ, ਹੁਣ ਤੁਸੀਂ ਇੱਕ ਪਾਸੇ ਤਾਂ ਸਾਡੇ ਲੋਕਡਾਊਨ ਦੇ ਕਰਕੇ ਪ੍ਰੋਬਲਮ ਆ ਗਈ, ਲੋਕਡਾਊਨ ਦੇ ਕਰਕੇ ਜਿਹੜਾ ਕਿਸਾਨਾਂ ਨੂੰ ਪੈਸਾ ਜਿਹੜਾ ਹਰ ਫੈਮਿਲੀ ਦੇ ਵਿੱਚੋਂ ਇੱਕ ਦੋ ਬੰਦੇ ਸ਼ਹਿਰਾਂ ਦੇ ਵਿੱਚ ਬਸੇ ਹੋਏ ਸੀ, ਉੱਥੋਂ ਦੀ ਪੈਸਾ ਇਹਨਾਂ ਨੂੰ ਆਉਣਾ ਬੰਦ ਹੋ ਗਿਆ। ਰੈਮਿਟੈਂਸਸ ਜਿਹਨਾਂ ਨੂੰ ਅਸੀਂ ਰਾਈਟਲੀ ਜਿਹੜਾ ਵਰਡ ਯੂਜ਼ ਕਰਦੇ ਰੈਮਿਟੈਂਸਸ ਆਣੀਆਂ ਘਟ ਗਈਆਂ। ਦੂਜੇ ਪਾਸੇ ਤੁਸੀਂ ਕਿਸਾਨੀ ਦਾ ਮੇਨ ਕਿੱਤਾ ਜਿਹੜਾ ਹੈ 40% ਜਿਹਦੇ ਚੋਂ ਇਨਕਮ ਜਨਰੇਟ ਹੁੰਦੀ ਹੈ ਉਹਨੂੰ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹਿੱਟ ਹੋਏਗਾ। ਤਾਂ ਨੈਚੁਰਲੀ ਜਿਹੜਾ ਪਾੜਾ ਹੈ ਕਿਤੇ ਨਾ ਕਿਤੇ ਉਹ ਪਾੜਾ ਵਧੇਗਾ ਅਮੀਰ ਤੇ ਗਰੀਬ ਦਾ। ਜੀ ਸਰ, ਤੁਸੀਂ ਐਕਸਪਰਟ ਹੋ ਇਸ ਵਿਸ਼ੇ ਦੇ, ਤੁਹਾਨੂੰ ਕੀ ਲੱਗਦਾ ਕਿ ਕੀ ਚੇਂਜਸ ਆਉਣੇ ਚਾਹੀਦੇ ਨੇ ਤਾਂ ਜੋ ਜਿਹੜਾ ਬਿੱਲ ਹੈ ਉਹ ਕਿਸਾਨ ਦੇ ਹੱਕਾਂ ਵਿੱਚ ਹੋ ਜਾਏ? ਯਾਨੀ ਕਿ ਕੋਈ ਹੋਰ ਨਵੀਂ ਚੀਜ਼ ਐਡ ਆਨ ਹੋਣੀ ਚਾਹੀਦੀ ਹੈ? ਬਿਲਕੁਲ ਠੀਕ ਹੈ ਜੀ, ਹੋਣੀ ਚਾਹੀਦੀ ਹੈ। ਦੇਖੋ, ਜੇ ਕਿਸਾਨ ਆਗੂਆਂ ਨੂੰ, ਜੇ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਬੈਠਿਆ ਜਾਵੇ, ਉਹਨਾਂ ਦੇ ਨਾਲ ਗੱਲ ਕੀਤੀ ਜਾਵੇ। ਅਸੀਂ ਹਰਸਿਮਰਤ ਬਾਦਲ ਜੀ ਦਾ ਦੇਖ ਲਿਆ, ਮੈਡਮ ਫੂਡ ਪ੍ਰੋਸੈਸਿੰਗ ਮਿਨਿਸਟਰੀ ਛੱਡ ਕੇ ਆ ਗਏ। ਕਿਉਂ ਛੱਡ ਕੇ ਆ ਗਏ? ਕਿ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿੱਤਾ। ਹੋ ਸਕਦਾ ਦੇਰ ਕੈਨ ਬੀ ਸਰਟਨ ਪੋਲੀਟੀਕਲ ਕੰਪਲਸ਼ਨਸ ਆਲਸੋ, ਪਰ ਜੇ ਉਹਨਾਂ ਨੂੰ ਕੌਨਫੀਡੈਂਸ 'ਚ ਲੈਂਦੇ, ਜੇ ਬਾਕੀ ਕਾਂਗਰਸ ਦੇ ਆਗੂਆਂ ਨੂੰ ਕੌਨਫੀਡੈਂਸ ਦੇ ਵਿੱਚ ਲੈਂਦੇ, ਕੋਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣ ਜਾਂਦੀ ਇਹਦੇ ਉੱਤੇ, ਤਾਂ ਉਹਨੂੰ ਉਹ ਬ੍ਰੇਨਸਟਾਰਮਿੰਗ ਕਰਦੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਹੱਕਾਂ ਦੇ ਵਿੱਚ ਗੱਲ ਕਰਦੀ ਕਿਸਾਨੀ ਦੇ, ਫਿਰ ਕਿਸਾਨਾਂ ਨੂੰ ਸਮਝਾਉਣਾ ਆਸਾਨ ਹੋ ਜਾਣਾ ਸੀ। ਹੁਣ ਕੀ ਹੈ, ਹਰ ਪਾਰਟੀ ਜਿਹੜੀ ਹੈ ਆਪਣੇ ਆਪਣੇ ਰਾਹ ਤੇ ਤੁਰੀ ਹੋਈ ਹੈ। ਜਿਹੜੀ ਬੀਜੇਪੀ ਹੈ ਉਹ ਆਪਣਾ ਡੰਕਾ ਵਜਾ ਰਹੀ ਹੈ, ਜਿਹੜੀ ਕਾਂਗਰਸ ਤੇ ਬਾਕੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਆਪਣੇ ਪਾਸੋਂ ਗੱਲ ਕਰ ਰਹੀ ਹੈ। ਇਹ ਸਾਰੇ ਦੇ ਵਿੱਚ ਜਿਹੜਾ ਪਿਸ ਰਿਹਾ ਕਿਸਾਨ। ਦੇਖੋ, ਇਹ ਚੀਜ਼ ਜਿਹੜੀ ਹੈ ਇਤਿਹਾਸ ਦੇ ਵਿੱਚ ਜੇ ਅਸੀਂ ਝਾਤ ਮਾਰੀਏ ਥੋੜਾ ਜਿਹਾ, ਤਾਂ ਸਟਾਲਿਨ ਨੇ 1928 ਦੇ ਵਿੱਚ ਸਾਰੀ ਦੀ ਸਾਰੀ ਕਿਰਤੀ, ਸਾਰੇ ਦਾ ਸਾਰਾ ਜਿੰਨਾ ਖੇਤੀਬਾੜੀ ਖੇਤਰ ਹੈ ਇਹਨੂੰ ਚੱਕ ਕੇ ਉਹਨੇ ਨੈਸ਼ਨਲਾਈਜ਼ ਕਰਤਾ ਸੀ। ਨੈਸ਼ਨਲਾਈਜ਼ ਇਸ ਕਰਕੇ ਕੀਤਾ ਸੀ, ਉਹ ਚਾਹੁੰਦਾ ਸੀ ਇੰਡਸਟਰੀਜ਼ ਜਿਹੜੀਆਂ ਨੇ, ਇੰਡਸਟਰੀਜ਼ ਵੱਧ ਜਾਏ। ਜਿਹੜਾ ਐਗਰੀਕਲਚਰ ਦੇ ਵਿੱਚ ਉਹਨੂੰ ਸਮਾਨ ਆਉਂਦਾ ਵੀ ਸੀ, ਉਹ ਖੇਤੀਬਾੜੀ ਦੀ ਜਿੰਨੀ ਵੀ ਪੈਦਾਵਾਰ ਹੈ ਉਹ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ, ਔਰ ਜਿਹੜਾ ਬਾਹਰਲੇ ਮੁਲਕਾਂ 'ਚੋਂ ਪੈਸਾ ਆਉਂਦਾ ਸੀ ਉਹ ਇੰਡਸਟਰੀ ਨੂੰ ਚਲਾਉਣ ਦੇ, ਇੰਡਸਟਰੀ ਨੂੰ ਇਸਟੈਬਲਿਸ਼ ਕਰਨ ਦੇ ਲਈ, ਡਿਵੈਲਪ ਕਰਨ ਦੇ ਲਈ, ਉਹਨਾਂ ਦਾ ਵਿਕਾਸ ਕਰਨ ਦੇ ਲਈ ਲਾ ਦਿੰਦਾ ਸੀ। ਤਾਂ ਹੌਲੀ ਹੌਲੀ ਕੀ ਹੋਇਆ, ਉੱਥੇ ਵਿਦਰੋਹ ਹੋ ਗਿਆ। ਅਲਟੀਮੇਟਲੀ ਉੱਥੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਤਾਂ ਆਪਣੀਆਂ ਫਸਲਾਂ ਨੂੰ ਅੱਗ ਲਾਤੀ, ਕਿਉਂਕਿ ਏਦਾਂ ਦਾ ਇੱਕ ਸਾਈਡਡ ਜਿਹੜਾ ਇੰਪੈਕਟ ਹੈ ਉਹ ਕਿਤੇ ਨਾ ਕਿਤੇ ਡਿਜ਼ਾਸਟਰਸ ਹੋ ਸਕਦਾ। ਇਹ ਪ੍ਰੋਬਲਮਸ ਆ ਸਕਦੀਆਂ। ਅੱਜ ਤਾਂ ਸਿਰਫ ਧਰਨੇ ਲੱਗ ਰਹੇ ਆ, ਰੇਲ ਰੋਕੋ ਦੀ ਗੱਲ ਹੋ ਰਹੀ ਹੈ, ਕੱਲ ਨੂੰ ਇਹ ਜ਼ਿਆਦਾ ਵੀ ਸਿਲਸਿਲਾ ਜਿਹੜਾ ਵੱਧ ਸਕਦਾ ਇਹਨਾਂ ਚੀਜ਼ਾਂ ਦੇ। ਜੀ ਡਾਕਟਰ ਸਾਹਿਬ, ਤੁਸੀਂ ਸਾਨੂੰ ਆਪਣੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਬਾਰੇ ਗੰਭੀਰਤਾ ਨਾਲ ਸੋਚੇ ਤੇ ਜੇ ਕੋਈ ਬਣਦੀ ਕੋਈ ਨਵਾਂ ਚੀਜ਼, ਅਗਰ ਕੋਈ ਤਬਦੀਲੀ ਲਿਆਉਣ ਦੀ ਲੋੜ ਹੈ ਜਾਂ ਫਿਰ ਬਿੱਲ ਵਾਪਸ ਲੈਣ ਦੀ ਲੋੜ ਹੈ ਤਾਂ ਉਹ ਜ਼ਰੂਰ ਲਵੇ। ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਛੱਤਰ ਗਿੱਲ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਟੀਵੀ ਚੈਨਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ ਔਰ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ ਤੇ। ਗੁਰਜਤਿੰਦਰ ਰੰਧਾਵਾ, ਮੈਂ ਬਹੁਤ ਅਰਸੇ ਤੋਂ ਇਹਨਾਂ ਨੂੰ ਜਾਣਨਾ। ਹਰ ਵਾਰ ਕੁਛ ਨਾ ਕੁਛ ਕ੍ਰੀਏਟਿਵ, ਚੰਗਾ, ਕੁਛ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਕਾਮਯਾਬ ਹੁੰਦੇ ਨੇ। ਸੋ ਇਸ ਵਾਰ ਇੱਕ ਬੜੇ ਹੀ ਵਿਸ਼ਾਲ ਚੈਨਲ ਦੇ ਨਾਲ ਤੁਹਾਡੇ ਰੂਬਰੂ ਹੋਏ ਨੇ, ਪੰਜਾਬ ਮੇਲ USA ਟੀਵੀ ਚੈਨਲ, ਜਿਹਦੇ ਵਿੱਚ ਨਿਊਜ਼ ਤੋਂ ਇਲਾਵਾ ਐਂਟਰਟੇਨਮੈਂਟ, ਪੰਜਾਬੀ ਕਲਚਰ ਦੀਆਂ ਗੱਲਾਂ, ਤੁਹਾਡੀ ਰੂਹ ਨਾਲ ਜੁੜੀਆਂ ਗੱਲਾਂ,
ਹਰ ਤਰ੍ਹਾਂ ਦਾ ਪੰਜਾਬੀ ਐਂਟਰਟੇਨਮੈਂਟ ਤੁਹਾਨੂੰ ਇਹਦੇ ਵਿੱਚ ਦੇਖਣ ਸੁਣਨ ਨੂੰ ਮਿਲੇਗਾ। ਸੋ ਮੇਰੀਆਂ ਦਿਲੀ ਸ਼ੁਭ ਇੱਛਾਵਾਂ ਨੇ ਕਿ ਚੈਨਲ ਸੰਸਾਰ ਭਰ ਵਿੱਚ ਆਪਣਾ ਔਰ ਪੰਜਾਬੀ ਜ਼ਬਾਨ ਦਾ ਨਾਮ ਰੌਸ਼ਨ ਕਰੇ। ਆਲ ਦਾ ਵੈਰੀ ਬੈਸਟ। ਪੰਜਾਬ ਮੇਲ USA TV ਚੈਨਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਤੇ ਅੱਜ ਇਸ ਚਰਚਾ ਦਾ ਜੋ ਵਿਸ਼ਾ ਹੈ, ਜੋ ਕਿ ਖਾਸ ਵਿਸ਼ਾ ਹੈ ਕਿ ਪੰਜਾਬ ਦੇ ਜਿਹੜੇ ਸਾਰੇ ਕਿਸਾਨ ਨੇ ਉਹ ਇਸ ਵਕਤ ਸੜਕਾਂ ਤੇ ਬੈਠੇ ਨੇ, ਧਰਨਾ ਕਰ ਰਹੇ ਨੇ, ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਸੋ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਸੰਜੀਵ ਸ਼ਰਮਾ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਨਮਸਕਾਰ ਜੀ ਡਾਕਟਰ ਸਾਹਿਬ, ਜਿਹੜਾ ਪੰਜਾਬ ਬੰਦ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਖੇਤੀ ਬਿੱਲਾਂ ਦੇ ਅਗੇਂਸਟ, ਤੁਸੀਂ ਤੇ ਤੁਹਾਡੀ ਪਾਰਟੀ ਇਸ ਨੂੰ ਕਿਵੇਂ ਵੇਖਦੀ ਹੈ? ਦੇਖੋ, ਸਾਡੀ ਪਾਰਟੀ ਇੱਕ ਵਾਹਿਦ ਪਾਰਟੀ ਸੀ ਜਿਹੜੀ ਬਹੁਤ ਦੇਰ ਤੋਂ ਜਿਹੜੇ ਆਰਡੀਨੈਂਸਸ ਦਾ ਵਿਰੋਧ ਕਰਦੀ ਆ ਰਹੀ ਸੀ ਤੇ ਕਿਸਾਨਾਂ ਦੇ ਹੱਕਾਂ ਲਈ ਲੜਦੀ ਆ ਰਹੀ ਸੀਗੀ। ਮੌਕੇ ਦੇ ਉੱਤੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਉਹਨਾਂ ਨੇ ਲੋਕ ਸਭਾ 'ਚ ਵੀ ਤੇ ਲੋਕ ਸਭਾ ਤੋਂ ਬਾਹਰ ਵੀ ਇਸ ਮੁੱਦੇ ਦੇ ਉੱਤੇ ਕਾਫੀ ਜਿਹੜਾ ਤਕੜਾ ਸਟੈਂਡ ਲਿਆ ਪੰਜਾਬ ਦੇ ਕਿਸਾਨਾਂ ਲਈ ਜੀ। ਔਰ ਕੱਲ ਯਾਨੀ ਕਿ 24 ਤਰੀਕ ਨੂੰ ਅਸੀਂ 117 ਹਲਕਿਆਂ ਦੇ ਵਿੱਚ ਇੱਕ ਹਿਊਮਨ ਚੇਨ ਬਣਾਈ ਆ ਲੋਕਾਂ ਨੂੰ ਅਵੇਅਰ ਕਰਨ ਲਈ ਤੇ ਆਪਣਾ ਜਿਹੜਾ ਸਪੋਰਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਦੁਹਰਾਉਣ ਲਈ ਕਿ ਆਮ ਆਦਮੀ ਪਾਰਟੀ ਬੜਾ ਖੁੱਲ੍ਹ ਕੇ ਕਿਸਾਨਾਂ ਦੇ ਨਾਲ ਹੈ ਜੀ। ਜਿੱਥੇ ਕਿਸਾਨਾਂ ਦੇ ਧਰਨੇ ਪੰਜਾਬ ਦੇ ਵਿੱਚ ਅੱਜ ਹੋ ਰਹੇ ਆ, ਆਮ ਆਦਮੀ ਪਾਰਟੀ ਉਹਨਾਂ ਦੇ ਵਿੱਚ ਹਿੱਸਾ ਲੈ ਰਹੀ ਆ। ਔਰ ਭਾਵੇਂ ਅਸੀਂ ਇਹ ਆ ਕਿ ਇਹਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਅਸੀਂ ਨਹੀਂ ਉਹਨੂੰ ਕਰ ਰਹੇ, ਬਟ ਇੱਕ ਅਸੀਂ ਇੰਸਟਰਕਸ਼ਨਸ ਦਿੱਤੀਆਂ ਆਪਣੇ ਕੈਡਰਸ ਨੂੰ ਕਿ ਤੁਸੀਂ ਝੰਡੇ ਨਹੀਂ ਆਪਣੇ ਯੂਜ਼ ਕਰਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਵੀ ਹੈਗੀਆਂ ਉਹਨਾਂ ਦੇ ਪਲੇਟਫਾਰਮ ਦੇ ਅੰਡਰ ਤੁਸੀਂ ਉੱਥੇ ਪਾਰਟਿਸਿਪੇਟ ਕਰਨਾ ਜੀ। ਤੇ ਬਾਕੀ ਸਾਰੇ ਹੀ ਜਿਹੜੇ ਸਿਆਸਤਦਾਨ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਹਾਂ ਵੀ ਸਿਆਸਤ ਤੋਂ ਉੱਠ ਕੇ ਇਸ ਬਿੱਲ ਦਾ ਵਿਰੋਧ ਕੀਤਾ ਜਾਵੇ ਤੇ ਪੂਰੇ ਪੰਜਾਬ ਭਰ ਵਿੱਚ ਅੱਜ ਜਿਹੜਾ ਵਿਰੋਧ ਹੈ ਉਹ ਚੱਲ ਰਿਹਾ। ਸੋ ਗੱਲ ਕਰੀਏ ਕਿ ਅਗਰ ਤੁਸੀਂ ਬਿੱਲ ਦੀ ਗੱਲ ਕਰੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਬਿੱਲ ਵਿੱਚ ਐਡ ਹੋ ਜਾਣ ਤਾਂ ਜੋ ਜਿਹੜੇ ਕਿਸਾਨ ਨੇ ਜਿਹੜਾ ਰੋਸ ਹੈ ਉਹਨਾਂ ਦੇ ਅੰਦਰ ਉਹ ਸ਼ਾਇਦ ਥੋੜਾ ਘਟ ਜਾਵੇ ਜਾਂ ਬੰਦ ਹੋ ਜਾਏ? ਦੇਖੋ, ਜਿਹੜੀ ਪੰਜਾਬ ਮੰਡੀ ਬੋਰਡ ਆ ਉਹ ਸਾਰੇ ਸੂਬਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਅੱਛਾ ਵੈਲ ਡਿਵੈਲਪਡ ਬੋਰਡ ਆ। ਔਰ ਉਹਦੀ ਜਿਹੜੀ ਸਾਲਾਨਾ ਜਿਹੜੀ ਆਏ ਸੀਗੀ ਉਹ 4000 ਕਰੋੜ ਰੁਪਈਆ ਹੈਗੀ ਆ। ਔਰ ਇੰਨਾ ਹੀ ਸੈਂਟਰ ਗਵਰਨਮੈਂਟ ਵੱਲੋਂ ਮਿਲਦਾ ਸੀਗਾ ਜਿਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੁੰਦੀ ਆ। ਪਿੰਡਾਂ ਦੀਆਂ ਸੜਕਾਂ ਮਤਲਬ ਮੰਡੀਕਰਨ ਬੋਰਡ ਦੇ ਅੰਡਰ ਜਿਹੜੀਆਂ ਆਉਂਦੀਆਂ, ਔਰ ਹਰੇਕ ਸਾਲ 2 ਸਾਲ ਬਾਅਦ ਜਿਹੜੀ ਉਹਨਾਂ ਦੀ ਰਿਪੇਅਰ ਹੁੰਦੀ ਆ, ਨਵੀਆਂ ਸੜਕਾਂ ਬਣਦੀਆਂ। ਸੋ ਹੁਣ ਜਿਹੜਾ ਇਹ ਨਵਾਂ ਆਰਡੀਨੈਂਸ ਜਿਹੜਾ ਆਇਆ, ਸੋ ਜਦੋਂ ਵੀ ਕੋਈ ਨਵਾਂ ਕਾਨੂੰਨ ਬਣਦਾ ਪਹਿਲਾਂ ਤਾਂ ਇਹ ਹੁੰਦਾ ਕਿ ਸਟੇਕ ਹੋਲਡਰਸ ਜਿਹੜੇ ਲੋਕ ਵੀ ਉਸ ਬਿੱਲ ਦੇ ਨਾਲ ਅਫੈਕਟਡ ਹੁੰਦੇ ਆ, ਉਹਨਾਂ ਦੇ ਨਾਲ ਮੀਟਿੰਗਸ ਹੁੰਦੀਆਂ, ਇੱਕ ਖਾਕਾ ਤਿਆਰ ਹੁੰਦਾ। ਸੋ ਸੈਂਟਰ ਗਵਰਨਮੈਂਟ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਕਦੀ ਭਰੋਸੇ 'ਚ ਨਹੀਂ ਲਿਆ, ਉਹਨਾਂ ਤੋਂ ਫੀਡਬੈਕ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੀ ਜੇ ਇਹ ਬਿੱਲ ਆ ਜਾਵੇ ਜਿਹੜੀ ਫਾਰਮ ਦੇ ਵਿੱਚ ਉਹ ਲੈ ਕੇ ਆ ਰਹੇ ਆ, ਉਹਦਾ ਕੀ ਨੁਕਸਾਨ ਕਿਸਾਨੀ ਦੇ ਉੱਤੇ ਹੋਊਗਾ। ਜਿਹੜਾ ਇਹ ਬਿੱਲ ਆ ਇਹਨਾਂ ਨੇ ਸ਼ਾਂਤਾ ਕੁਮਾਰ ਕਮਿਸ਼ਨ ਦੀਆਂ ਰეკਮੈਂਡੇਸ਼ਨਸ ਜਾਂ ਰਿਪੋਰਟਾਂ ਤੋਂ ਲਿਆ, ਜਿਹਦੇ 'ਚ ਅਲਟੀਮੇਟਲੀ ਇਹ ਕਿਹਾ ਗਿਆ ਕਿ ਵੀ ਇਹਨਾਂ ਫੇਜ਼ਡ ਮੈਨਰ ਅਸੀਂ ਜਿਹੜੀ MSP ਨੂੰ ਖਤਮ ਕਰ ਦਾਂਗੇ। ਬਟ ਜਦੋਂ ਹੁਣ ਕਿਸਾਨਾਂ ਦਾ ਵਿਰੋਧ ਸੈਂਟਰ ਗਵਰਨਮੈਂਟ ਦੇਖ ਰਹੀ ਆ, ਹੁਣ ਵਰਬਲੀ ਇਹ ਕਹਿ ਰਹੀ ਆ ਨਹੀਂ ਜੀ ਮਿਨੀਮਮ ਸਪੋਰਟ ਪ੍ਰਾਈਸ ਵੀ ਚੱਲੂਗਾ ਔਰ ਕਾਰਪੋਰੇਟ ਘਰਾਣੇ ਡਾਇਰੈਕਟ ਖਰੀਦ ਵੀ ਕਰੂਗੇ ਜੀ। ਬਟ ਇਹਦੇ 'ਚ ਇਹ ਹੈਗਾ ਕਿ ਦੂਸਰੀ ਜਿਹੜੀ ਉਹਦੇ 'ਚ ਬਹੁਤ ਮਾੜੀ ਗੱਲ ਆ, ਉਹ 'ਚ ਕੰਟਰੈਕਟ ਫਾਰਮਿੰਗ ਦੀ ਗੱਲ ਹੈ। ਦੇਖੋ 85% ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦੀ ਜਿਹੜੀ ਲੈਂਡ ਹੋਲਡਿੰਗ ਆ ਉਹ 5 ਏਕੜ ਤੋਂ ਘੱਟ ਆ। 65% ਕਿਸਾਨ ਦੀ ਜਿਹੜੀ ਲੈਂਡ ਹੋਲਡਿੰਗ ਆ ਉਹ 2.5 ਏਕੜ ਤੋਂ ਘੱਟ ਆ। ਹੁਣ ਈ-ਕਮਰਸ ਦਾ ਜ਼ਿਕਰ ਆਇਆ, ਹੁਣ ਇੱਕ 2.5 ਏਕੜ ਮਤਲਬ ਲੈਂਡ ਹੋਲਡਿੰਗ ਵਾਲਾ ਕਿਸਾਨ ਦੱਸੋ ਇੰਟਰਨੈਟ ਦੇ ਉੱਤੇ ਆਪਣੀ ਫਸਲ ਕਿੱਦਾਂ ਵੇਚ ਸਕਦਾ। ਕੰਟਰੈਕਟ ਫਾਰਮਿੰਗ ਦੀ ਗੱਲ ਕਰੀਏ, ਜੇ ਇੱਕ 2.5-3 ਏਕੜ 5 ਏਕੜ ਵਾਲਾ ਬੰਦਾ ਆਪਣੇ ਪਿੰਡ ਦੇ ਜ਼ਿਮੀਂਦਾਰ ਤੋਂ ਆਪਣੀ ਜ਼ਮੀਨ ਛਡਾਉਣ ਲਈ ਠੇਕੇ ਵਾਲੀ ਨੂੰ ਜਦੋਜਹਿਦ ਕਰਨੀ ਪੈਂਦੀ ਆ, ਜਦੋਂ ਇਹ ਕੰਟਰੈਕਟ ਫਾਰਮਿੰਗ ਉਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਆਪਣਾ ਦੇ ਦਊਗਾ ਜਿਹੜੇ 20-30 ਹਜ਼ਾਰ ਏਕੜ ਜ਼ਮੀਨ ਪੰਜਾਬ ਦੇ ਚੋਂ ਲੈ ਲੈਣਗੇ, ਔਰ ਉਹਨਾਂ ਨੂੰ ਛਡਾਉਣਾ ਕਿੰਨਾ ਮੁਸ਼ਕਲ ਹੋਊਗਾ ਇਹ
ਇਹ ਸੋਚਣ ਵਾਲੀ ਗੱਲ ਆ, ਕਿਉਂਕਿ ਜੀ ਟਰਮਸ ਐਂਡ ਕੰਡੀਸ਼ਨਸ ਜਿੱਦਾਂ ਮੈਨੂੰ ਹਜੇ ਤੱਕ ਪਤਾ ਲੱਗਾ ਉਹ ਇਦਾਂ ਦੀਆਂ ਆ ਕਿ ਮਰਜ਼ੀ ਦੇ ਨਾਲ ਤੁਸੀਂ ਆਪਣੀ ਜ਼ਮੀਨ ਨਹੀਂ ਛਡਾ ਸਕਦੇ। ਸੈਕੰਡਲੀ, ਉਹ ਕਾਰਪੋਰੇਟ ਹਾਊਸ ਤੁਹਾਡੀ ਲੀਜ਼ ਕੀਤੀ ਹੋਈ ਜ਼ਮੀਨ ਦੇ ਉੱਤੇ ਬੈਂਕ ਤੋਂ ਲੋਨ ਲੈ ਸਕਦਾ। ਸੋ ਜੇ ਤੁਸੀਂ 2 ਸਾਲ 4 ਸਾਲ 5 ਸਾਲ ਬਾਅਦ ਆਪਣੀ ਜ਼ਮੀਨ ਛਡਾ ਲੈਂਦੇ ਆ ਤਾਂ ਉਹ ਲੋਨ ਦਾ ਕੀ ਬਣੂਗਾ ਜਿਹੜੀ ਤੁਹਾਡੀ ਜ਼ਮੀਨ ਦੇ ਅਗੇਂਸਟ ਖੜਾ ਹੋਊਗਾ। ਇਹਦੀਆਂ ਬੜੀਆਂ ਮਤਲਬ ਗੰਭੀਰ ਲੀਗਲ ਇੰਪਲੀਕੇਸ਼ਨਸ ਹੋਣੀਆਂ ਹੈਗੀਆਂ। ਜੀ ਬਾਈ ਚਾਂਸ ਅਗਰ ਸਰਕਾਰ ਜੋ ਬਿੱਲ ਹੈ ਉਸ ਨੂੰ ਵਾਪਸ ਨਹੀਂ ਲੈਂਦੀ ਜਾਂ ਫਿਰ ਕੋਈ ਹੋਰ ਜਿਹੜਾ ਬਦਲਾਵ ਹੈ ਉਸ ਵਿੱਚ ਨਹੀਂ ਲਿਆਂਦੀ ਤਾਂ ਆਮ ਆਦਮੀ ਪਾਰਟੀ ਦਾ ਆਉਣ ਵਾਲਾ ਜਿਹੜਾ ਅਗਲਾ ਸਟੈਪ ਹੈ ਉਹ ਕੀ ਹੋ ਸਕਦਾ ਹੈ? ਕੱਲ ਹੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅਨਾਉਂਸ ਕੀਤਾ, ਸਾਰੀਆਂ ਪੰਚਾਇਤਾਂ ਨੂੰ ਇੱਕ ਅਪੀਲ ਕੀਤੀ ਹੈ ਜਿਹੜੀਆਂ 15,500 16,000 ਪੰਜਾਬ ਦੇ ਵਿੱਚ ਪੰਚਾਇਤਾਂ ਹੈਗੀਆਂ ਕਿ ਤੁਸੀਂ ਆਪਣੀ ਪੰਚਾਇਤ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਓ ਇਸ ਬਿੱਲ ਇਸ ਆਰਡੀਨੈਂਸ ਦੇ ਖਿਲਾਫ ਕਿ ਵੀ ਇਹ ਬਹੁਤ ਲੋਕ ਮਾਰੂ ਬਿੱਲ ਆ। ਜਦੋਂ ਮੈਜੋਰਿਟੀ ਪੰਚਾਇਤਾਂ ਆਪਣੀ ਪਾਰਟੀ ਐਫੀਲੀਏਸ਼ਨਸ ਤੋਂ ਉੱਪਰ ਉੱਠ ਕੇ ਕਿਸਾਨੀ ਲਈ, ਪੰਜਾਬ ਦੇ ਹੱਕਾਂ ਲਈ ਇੱਕ ਰੈਜ਼ੋਲੂਸ਼ਨ ਪਾਸ ਕਰੂਗੀਆਂ, ਉਹ ਡੈਫੀਨੇਟਲੀ ਉਹ ਐਡਮਿਟ ਹੋ ਜਾਏਗਾ ਸੁਪਰੀਮ ਕੋਰਟ ਦੇ ਵਿੱਚ। ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਾਂ। ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਕਿਸਾਨਾਂ ਦੇ ਨਾਲ ਵਚਨਬੱਧ ਆ ਕਿ ਅਗਰ ਪ੍ਰੈਜ਼ੀਡੈਂਟ ਦੇ ਸਾਈਨ ਹੋ ਵੀ ਜਾਂਦੇ ਆ ਇਸ ਆਰਡੀਨੈਂਸ ਦੇ ਉੱਤੇ ਤੇ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੇ। ਉਹ ਤਾਂ ਹੀ ਪੋਸੀਬਲ ਆ ਜੇ ਪੰਚਾਇਤਾਂ ਇੱਕ ਰੈਜ਼ੋਲੂਸ਼ਨ ਲੈ ਕੇ ਆਉਂਦੀਆਂ ਇਸ ਬਿੱਲ ਦੇ ਅਗੇਂਸਟ। ਜੀ ਸੋ ਡਾਕਟਰ ਸੰਜੀਵ ਸ਼ਰਮਾ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਅਗਰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਜਾਂ ਸਾਰੇ ਕਿਸਾਨ ਵੀਰਾਂ ਨੂੰ ਕੁਝ ਗੱਲ ਕਹਿਣੀ ਚਾਹੁੰਦੇ ਹੋ ਤਾਂ? ਦੇਖੋ, ਜੇ ਪੰਜਾਬ ਦਾ ਆਮ ਨਾਗਰਿਕ ਇਹ ਸੋਚਦਾ ਕਿ ਇਹਦੇ ਨਾਲ ਸਿਰਫ ਕਿਸਾਨਾਂ ਨੂੰ ਫਰਕ ਪੈਣਾ, ਇਹਦੇ ਨਾਲ ਆੜਤੀਆਂ ਨੂੰ ਫਰਕ ਪਊਗਾ, ਇੱਕ ਜਿਹੜਾ ਪਵਿੱਤਰ ਰਿਸ਼ਤਾ ਆ ਆੜਤੀਏ ਦਾ ਤਾਂ ਕਿਸਾਨ ਦਾ ਉਹ ਖਤਮ ਹੋ ਜਾਊਗਾ। ਇੱਕ ਮਜ਼ਦੂਰ ਜਿਹੜਾ ਮੰਡੀ ਦੇ ਵਿੱਚ ਪਾਂਡੀ ਆ, ਇੱਕ ਟਰਾਂਸਪੋਰਟ ਯੂਨੀਅਨ ਹੈ ਜਿਹੜੀ ਛੋਟੇ ਲੈਵਲ ਦੀ ਹਰੇਕ ਮੰਡੀ ਦੇ ਵਿੱਚ, ਉਹ ਖਤਮ ਹੋ ਜੂਗੀ। ਡਰਾਈਵਰ ਖਤਮ ਹੋ ਜੂਗੀ। ਕਲੀਨਰਸ ਜਿਹੜੇ ਕੰਮ ਕਰਦੇ ਆ ਉਹ ਕੰਮ ਖਤਮ ਹੋ ਜੂਗਾ। ਜਿਹੜਾ ਸੋਸ਼ਲ ਫੈਬਰਿਕ ਹੈ ਜਿਹੜਾ ਪੰਜਾਬ ਦਾ ਕਿਸਾਨੀ ਤੇ ਡਿਪੈਂਡੈਂਟ ਆ ਉਹ ਖਤਮ ਹੋ ਜੂਗਾ। ਸੋ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਆਪਣੇ ਜਿਹੜੇ ਪੋਲੀਟੀਕਲ ਐਫੀਲੀਏਸ਼ਨਸ ਤੋਂ ਉੱਪਰ ਉੱਠ ਕੇ, ਆਪਣੇ ਪ੍ਰੋਫੈਸ਼ਨ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦੇਣ ਦਾ ਟਾਈਮ ਹੈ ਇਹ। ਉਹਨਾਂ ਦੇ ਨਾਲ ਖੜੋ। ਸੋ ਉਹਨਾਂ ਦਾ ਦੁੱਖ ਦਰਦ ਵੰਡਾਓ। ਇਹਦੇ ਨਾਲ ਹੀ ਪੰਜਾਬੀਅਤ ਦਾ ਭਲਾ ਹੋਏਗਾ। ਜੀ ਠੀਕ ਹੈ ਜੀ, ਸ਼ੁਕਰੀਆ ਜੀ ਡਾਕਟਰ ਸੰਜੀਵ ਸ਼ਰਮਾ ਜੀ, ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸੂਰਾਪੁਰੀ। ਦੋਸਤੋ, ਪੰਜਾਬ ਮੇਲ USA ਚੈਨਲ ਸ਼ੁਰੂ ਕਰਨ ਤੇ ਸਰਦਾਰ ਗੁਰਜਤਿੰਦਰ ਸਿੰਘ ਰੰਧਾਵਾ ਭਾਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਕਿ ਜਿਵੇਂ ਉਹਨਾਂ ਨੇ ਪੰਜਾਬ ਮੇਲ USA ਅਖਬਾਰ ਦੇ ਜ਼ਰੀਏ ਪੰਜਾਬੀ ਜ਼ੁਬਾਨ ਦੀ ਬਹੁਤ ਸੇਵਾ ਕੀਤੀ ਹੈ ਔਰ ਅਜੇ ਵੀ ਕਰ ਰਹੇ ਨੇ, ਇਸੇ ਤਰ੍ਹਾਂ ਇਸ ਚੈਨਲ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਦਾ ਪ੍ਰਸਾਰ ਦੁਨੀਆ ਭਰ ਦੇ ਵਿੱਚ ਕਰਨਗੇ। ਸੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੇ ਸ਼ੁਭਕਾਮਨਾਵਾਂ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਗੁਰਬਾਜ ਸਿੰਘ ਜੀ ਜੋ ਕਿ ਰਿਟਾਇਰਡ ਫੋਰੈਸਟ ਅਫਸਰ ਨੇ। ਐਂਡ ਗੱਲ ਕਰੀਏ ਇਹਨਾਂ ਦੀ ਤਾਂ ਇਹਨਾਂ ਨੇ ਪੰਜਾਬ ਦੀ ਹਰਿਆਵਲ ਨੂੰ ਤੇ ਪੰਜਾਬ ਦੀ ਖੇਤੀ ਨੂੰ ਬੜੇ ਹੀ ਕੋਲੋਂ ਵੇਖਿਆ ਹੋਇਆ। ਇਸ ਤੋਂ ਇਲਾਵਾ ਗੱਲ ਕਰੀਏ ਅਗਰ ਕਿਸਾਨਾਂ ਦੀਆਂ ਮੁਸ਼ਕਲਾਂ ਦੀ ਤਾਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ। ਸੋ ਸਰ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਥੈਂਕ ਯੂ ਜੀ। ਜੀ ਸਰ, ਗੱਲ ਕਰੀਏ ਕਿ ਜਿਹੜੇ ਅੱਜ ਕਿਸਾਨ ਨੇ ਜਿਹੜੇ ਖੇਤੀ ਬਿੱਲਾਂ ਦੇ ਵਿਰੁੱਧ ਸੜਕਾਂ ਉੱਤੇ ਬੈਠੇ ਹੋਏ ਨੇ ਤੇ ਤੁਹਾਡੀ ਨਿਗਾਹ ਵਿੱਚ ਐਦਾਂ ਦਾ ਕੀ ਹੈ ਕਿ ਹਾਂ ਵੀ ਉਹਨਾਂ ਨੂੰ ਬੈਠਣ ਨੂੰ ਮਜਬੂਰ ਹੋਣਾ ਪੈ ਰਿਹਾ, ਕਿ ਹਾਂ ਵੀ ਉਹਨਾਂ ਨੂੰ ਧਰਨੇ ਲਾਣੇ ਪੈ ਰਹੇ ਨੇ, ਉਹਨਾਂ ਨੂੰ ਅੰਦੋਲਨ ਕਰਨਾ ਪੈ ਰਿਹਾ? ਇਹ ਸਰ ਮੈਂ ਜੋ ਮਹਿਸੂਸ ਕਰਦਾ ਹਾਂ ਕਿ ਬੇਸਿਕਲੀ ਜੇ ਹੁਣ ਆਪਾਂ ਦੇਖੀਏ ਕਿ ਜੇ ਕਿਸੇ ਪੇਸ਼ੈਂਟ ਦਾ ਇਲਾਜ ਕਰਨਾ, ਕਿਸੇ ਡਾਕਟਰ ਨੇ ਜਾਂ ਉਸ ਦਾ ਆਪਰੇਸ਼ਨ ਕਰਨਾ ਹੈ ਤਾਂ ਮਰੀਜ਼ ਦੀ ਸਲਾਹ ਪੁੱਛੀ ਜਾਂਦੀ ਹੈ ਕਿ ਵੀ ਤੇਰੇ ਅਸੀਂ ਇਹ ਟੀਕਾ ਲਾਈਏ ਜਾਂ ਨਾ ਲਾਈਏ, ਜਾਂ ਦਵਾਈ ਦਈਏ ਕਿ ਨਾ ਦਈਏ। ਇਸ ਵਿੱਚ ਕੀ ਹੋਇਆ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਆਰਡੀਨੈਂਸਿਸ ਤੋਂ ਬਾਅਦ ਇਹ ਬਿੱਲ ਜਿਹੜੇ ਸੀਗੇ ਇਹ ਪਾਸ ਕਰਵਾਏ ਨੇ ਤੇ ਹੁਣੇ ਰਾਸ਼ਟਰਪਤੀ ਤੋਂ ਬਾਅਦ ਇਹ ਇੱਕ ਕਾਨੂੰਨ ਬਣ ਜਾਏਗਾ ਜੀ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਉਹ ਕਹਿੰਦੇ ਸਾਨੂੰ ਕੌਨਫੀਡੈਂਸ ਚ ਨਹੀਂ ਲਿਆ ਹੈਗਾ। ਪੰਜਾਬ ਸਰਕਾਰ ਚ ਮਾਨਯੋਗ CM ਸਾਹਿਬ ਨੇ ਉਹ ਵੀ ਕਹਿੰਦੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਹੈ। ਕਹਿਣ ਦਾ ਭਾਵ ਹੈ ਕਿ ਜੋ ਕਿਸਾਨਾਂ ਦੀਆਂ ਜ਼ਰੂਰਤਾਂ ਸੀਆਂ ਉਹਨਾਂ ਨੂੰ ਕੇਂਦਰ ਸਰਕਾਰ ਨੇ ਅੱਖੋਂ ਪਰੋਖੇ ਕਰਕੇ ਆਪਣੇ ਆਪ ਹੀ
ਇੱਕ ਜਿਹੜਾ ਲੈਜਿਸਲੇਸ਼ਨ ਹੈ ਜਾਂ ਕਾਨੂੰਨ ਹੈ ਉਹ ਉਸ ਨੂੰ ਸਰੰਜਾਮ ਦੇਤਾ। ਜੀ ਉਹਦੇ ਚ ਕੀ ਹੈ ਕਿ ਰਿਐਕਸ਼ਨ ਜਿਹੜਾ ਹੈ ਉਹ ਸੁਭਾਵਿਕ ਸੀਗਾ ਤੇ ਉਹ ਹੋ ਰਿਹਾ ਹੈਗਾ। ਤੇ ਉਹਦਾ ਹੁਣ ਆਪਾਂ ਕਾਰਨ ਦੇਖੀਏ ਕੀ ਹੈ। ਕਾਰਨ ਕੁਝ ਵੀ ਨਹੀਂ ਹੈ ਖਾਸ, ਐਡਾ ਜ਼ਿਆਦਾ ਮੁਸ਼ਕਲ ਨਹੀਂ ਹੈ ਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਦੀ ਮੰਡੀ ਹੈਗੀ ਉਹ ਵਾਈਡ ਕਰ ਦੇਣੀ ਹੈ। ਅਸੀਂ ਹੁਣ ਤੱਕ ਆਪਣੀਆਂ ਜਿਣਸਾਂ ਮੰਡੀ ਬੋਰਡ ਦੇ ਰਾਹੀਂ ਤੇ ਜਿਹੜੀ ਮੰਡੀ ਦਾ ਸਿਸਟਮ ਐਕਟ ਹੈ ਉਹਦੇ ਰਾਹੀਂ ਹੀ ਵੇਚਦੇ ਰਹੇ ਹਾਂ। ਜੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਕੇ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਣਸ ਨੂੰ ਬਾਹਰ ਓਪਨ ਚ ਵੇਚਣ ਲਈ ਇਹਨਾਂ ਨੂੰ ਬ੍ਰੌਡਰ ਮੰਡੀ ਦੇਣੀ ਹੈਗੀ ਹੈ। ਜੀ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਕਹਿੰਦੇ ਜਦੋਂ ਸਾਡਾ ਮੰਡੀਕਰਨ ਜਿਹੜਾ ਸਾਡਾ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਚੰਗੀ ਤਰ੍ਹਾਂ ਚੱਲ ਰਿਹਾ ਹੈ, ਇਸ ਨੂੰ ਬੰਦ ਕਰਨ ਦੀ ਲੋੜ ਕੀ ਪਈ ਹੈ? ਬਿਲਕੁਲ ਪੈ ਗਿਆ ਕਿ ਉਹ ਕਹਿੰਦੇ ਜੀ ਜੇ ਅਸੀਂ ਇਸ ਦੀ ਬਾਹਰ ਅਸੀਂ ਖਰੀਦੋ ਫਰੋਖਤ ਕਰਾਂਗੇ ਤਾਂ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ MSP ਹੈ ਉਹ ਸਾਨੂੰ ਨਹੀਂ ਮਿਲੂਗੀ। ਕਿਸਾਨ ਜੀ ਦਾ ਇਹ ਖਦਸ਼ਾ ਹੈ। ਈਵਨ ਜਿਹੜੀ ਰਾਜ ਸਰਕਾਰ ਹੈ, ਫੈਡਰਲ ਗਵਰਨਮੈਂਟ, ਉਹ ਵੀ ਇਹੀ ਕਹਿੰਦੇ ਕਿ ਜਿਹੜੇ ਕਾਨੂੰਨ ਨੇ, ਜਿਹੜੇ ਆਰਡੀਨੈਂਸ ਪਾਸ ਹੋਏ ਨੇ, ਜਿਹੜੇ ਕਿ ਹੁਣ ਕਾਨੂੰਨ ਦੀ ਸ਼ਕਲ ਲੈਣਗੇ, ਉਹਨਾਂ ਚ MSP ਨਾਂ ਦੀ ਕੋਈ ਸ਼ਬਦ ਨਹੀਂ ਹੈਗਾ। ਜੀ ਵਿਸ਼ਵਾਸ ਹੋਣ ਕਿ ਜਿਹੜੇ ਕਿਸਾਨ ਨੇ ਉਹ ਕੇਂਦਰ ਸਰਕਾਰ ਦੇ ਇਸ ਚੀਜ਼ ਤੇ ਭਰੋਸਾ ਨਹੀਂ ਕਰ ਰਹੇ ਕਿ MSP ਸਰਕਾਰ ਨੇ ਕਹਿ ਵੀ ਦਿੱਤਾ ਕਿ ਇਸ ਸਾਲ ਕੰਟੀਨਿਊ ਰਹੂਗੀ, ਲੇਕਿਨ ਅਗਲੇ ਸਾਲ ਕੀ ਹੋਊਗਾ ਕੀ ਪਤਾ ਨਹੀਂ ਰਹੂਗੀ ਕਿ ਨਹੀਂ ਰਹੂ, ਕਿਉਂਕਿ ਇਹ ਕਾਨੂੰਨੀ ਤੌਰ ਦੇ ਉੱਤੇ ਸ਼ੋਰ ਨਹੀਂ ਹੈਗਾ। ਹੁਣ ਦੇਖੀਏ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਜੇ ਇਹ ਮੰਡੀਆਂ ਖਤਮ ਹੋ ਜਾਣਗੀਆਂ, ਮੰਡੀਕਰਨ ਖਤਮ ਹੋ ਜਾਊਗਾ, ਤਾਂ ਜਿਹੜੀ ਪੰਜਾਬ ਸਰਕਾਰ ਕੋਲੇ ਕੋਈ 4000 ਕਰੋੜ ਰੁਪਈਆ ਮੰਡੀ ਟੈਕਸ ਤੋਂ ਆਉਂਦਾ ਹੈ ਜੀ ਕਿ ਕਿਸਾਨਾਂ ਦੇ ਵੈਲਫੇਅਰ ਤੇ ਖਰਚ ਹੁੰਦਾ ਹੈ। ਹੁਣ ਇਹ ਜਿਹੜਾ ਪੈਸਾ ਇਹ ਖਤਮ ਹੋ ਜਾਊਗਾ। ਪੰਜਾਬ ਸਰਕਾਰ ਆਲਰੇਡੀ ਫਾਈਨੈਂਸ਼ੀਅਲ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਜਿਹੜਾ ਇੱਕ ਟੈਕਸ ਤੇ ਇੱਕ ਨੇਸ਼ਨ ਸੀਗਾ, GST ਸੀਗਾ, ਉਹਦੇ ਨਾਲ ਜਿਹੜਾ ਕੇਂਦਰ ਕੋਲੇ ਰਾਜ ਦਾ ਹਿੱਸਾ ਸੀਗਾ GST ਦਾ, ਉਹ ਵੀ ਪੈਂਡਿੰਗ ਪਿਆ ਰਹਿੰਦਾ ਤੇ ਉਹ ਵੀ ਉਹਨਾਂ ਨੂੰ ਟਾਈਮ ਸਿਰ ਨਹੀਂ ਮਿਲਦਾ। ਇਸ ਤਰ੍ਹਾਂ ਜਿਹੜੀ ਸਰਕਾਰ, ਜਿਹੜੀ ਰਾਜ ਸਰਕਾਰ ਹੈ, ਉਹ ਵੀ ਸਹੀ ਹੈ ਕਿ ਉਹਨਾਂ ਨੂੰ ਜਦੋਂ ਸਾਡਾ GST ਦਾ ਹਿੱਸਾ ਨਹੀਂ ਮਿਲਣਾ, ਮੰਡੀਆਂ ਤੋਂ ਆਮਦਨ ਖਤਮ ਹੋ ਜੂਗੀ, ਤਾਂ ਉਹਨਾਂ ਦੀ ਵਿੱਤੀ ਸੋਮੇ ਤੇ ਵਿੱਤੀ ਹਾਲਤ ਬਹੁਤ ਪਤਲੀ ਹੋ ਜਾਏਗੀ। ਜਿਹੜੇ ਕਿਸਾਨ ਇਹ ਕਹਿੰਦੇ ਨੇ ਵੀ ਜਦੋਂ ਅਸੀਂ ਆਪਣੀ ਜਿਣਸ ਨੂੰ ਬੜੇ ਚੰਗੇ ਭਾਅ ਦੇ ਉੱਤੇ ਆਪਣੀਆਂ ਮੰਡੀਆਂ 'ਚ ਵੇਚ ਸਕਦੇ ਹਾਂ ਤੇ ਵੇਚ ਰਹੇ ਹਾਂ, ਤੇ ਉਸ ਸਿਸਟਮ ਨੂੰ ਹਟਾਉਣ ਦੀ ਲੋੜ ਕੀ ਪਈ ਹੈ? ਦੂਸਰਾ, ਜਿਹੜੇ ਆਪਣੇ ਕਿਸਾਨ ਵੀਰ ਇਹ ਕਹਿੰਦੇ ਨੇ ਵੀ ਜਿਹੜੇ ਆੜਤੀਏ ਨੇ, ਆੜਤੀਏ ਸਾਡਾ ਇੱਕ ਬਹੁਤ ਬੜਾ ਹਿੱਸਾ ਨੇ। ਜਿਸ ਵੇਲੇ ਸਾਨੂੰ ਪੈਸੇ ਦੀ ਵਿੱਤੀ ਲੋੜ ਹੁੰਦੀ ਹੈ ਤਾਂ ਅਸੀਂ ਆੜਤੀਏ ਕੋਲੋਂ ਜਾ ਕੇ ਪੈਸੇ ਲੈ ਲੈਂਦੇ ਹਾਂ। ਕਦੇ ਕੁੜੀ ਦਾ ਵਿਆਹ ਹੋਇਆ, ਮੁੰਡੇ ਦਾ ਵਿਆਹ ਹੋਇਆ, ਕੋਈ ਬੰਦਾ ਬਹੁਤ ਕਿਸੇ ਬਿਮਾਰੀ ਨਾਲ ਜੂਝ ਰਿਹਾ, ਉਸ ਨੂੰ ਪੈਸੇ ਦੀ ਲੋੜ ਪਈ, ਉਸ ਵੇਲੇ ਕੋਈ ਬੈਂਕ ਜਾਂ ਸਰਕਾਰ ਉਹਦੀ ਵਿੱਤੀ ਮਦਦ ਲਈ ਨਹੀਂ ਆਉਂਦੇ। ਲੇਕਿਨ ਆੜਤੀਏ ਜਿਹੜੇ ਕਿ ਕਮਿਸ਼ਨ ਏਜੰਟਸ ਨੇ, ਉਹਨਾਂ ਤੋਂ ਇਹ ਆਪਣਾ ਪੈਸਾ ਲੈ ਲੈਂਦੇ ਨੇ। ਹੁਣ ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਕਮਿਸ਼ਨਿੰਗ ਖਤਮ ਕਰਨੀ ਹੈ। ਹੁਣ ਉਹ ਕਹਿੰਦੇ ਜੇ ਆੜਤੀਏ ਸਾਡੇ ਤੋਂ 2% ਕਮਿਸ਼ਨ ਲੈਂਦੇ ਵੀ ਨੇ ਤਾਂ ਉਹਨਾਂ ਦੀ ਡਿਊਟੀ ਹੈ ਕਿ ਜਿਣਸ ਨੂੰ ਜਿਸ ਵੇਲੇ ਮੰਡੀ ਜਾਂਦੀ ਹੈ ਸੰਭਾਲਣਾ, ਸਾਫ਼ ਕਰਾਉਣਾ, ਸਾਫ਼ ਕਰਾ ਕੇ ਉਹਦੀ ਬੋਲੀ ਲਗਾਉਣੀ, ਫਿਰ ਉਹਦੀ ਬੈਗੇਜ ਕਰਨੀ, ਉਹ ਇੱਕ ਸੇਵਾਵਾਂ ਵੀ ਨਾਲ ਦਿੰਦੇ ਨੇ ਜੀ। ਇਕੱਲਾ ਉਹ ਇਹ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਉਹ ਸਿਰਫ ਕਮਿਸ਼ਨ ਲੈ ਕੇ ਹੀ ਪਰੇ ਹਟ ਜਾਂਦੇ ਨੇ। ਸੋ ਇਹ ਜਿਹੜਾ ਸਿਸਟਮ ਹੈਗਾ, ਇਸ ਦੇ ਵਿੱਚ ਜਿਹੜੇ ਕਿਸਾਨ ਨੇ ਤੇ ਕੇਂਦਰ ਸਰਕਾਰ ਹੈ, ਜਦ ਤੱਕ ਉਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਹੋਊਗਾ ਤਾਂ ਨਹੀਂ ਲੱਗਦਾ, ਜਦ ਤੱਕ ਕਿਸਾਨਾਂ ਦੇ ਦਿਮਾਗ 'ਚ ਇਹ ਚੀਜ਼ ਨਹੀਂ ਪਾਈ ਜਾ ਸਕਦੀ ਹੈ ਕਿ ਜਿਹੜਾ ਐਜੀਟੇਸ਼ਨ ਹੈ ਇਹ ਸ਼ਾਇਦ ਇੰਨੀ ਛੇਤੀ ਖਤਮ ਨਹੀਂ ਹੋਣ ਵਾਲਾ ਹੈ। ਜੀ ਤੁਸੀਂ ਸਰ ਗੱਲ ਕੀਤੀ ਹੈ ਵਿਸ਼ਵਾਸ ਦੀ, ਤਾਂ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਰ-ਬਾਰ ਵਿਸ਼ਵਾਸ ਦਿਲਾਇਆ ਜਾ ਰਿਹਾ ਹੈ ਕਿ ਜਿਹੜੀ MSP ਹੈ ਉਹ ਨਹੀਂ ਚੁੱਕੀ ਜਾਏਗੀ। ਇਸ ਤੋਂ ਇਲਾਵਾ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋ ਜਾਏਗੀ, ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਸੋ ਜਿਹੜੇ ਸਾਰੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਹੈ ਜੀ ਕਿ ਜਿਹੜੀ ਸਰਕਾਰ ਨੇ ਆਪਣੀ ਕ੍ਰੈਡੀਬਿਲਿਟੀ ਹੈ ਨਾ ਉਹ ਗਵਾ ਲਈ ਹੈ। ਕ੍ਰੈਡੀਬਿਲਿਟੀ ਕਿਸ ਤਰ੍ਹਾਂ ਗਵਾ ਲਈ ਹੈ ਕਿ ਕਹਿੰਦੇ ਸੀ ਜੀ ਅਸੀਂ ਨੌਕਰੀਆਂ ਦੇਵਾਂਗੇ, 2 ਕਰੋੜ ਨੌਕਰੀਆਂ ਹਰ ਸਾਲ ਜਨਰੇਟ ਹੋਊਗੀ। ਇੱਥੇ ਹੁਣ ਸਰਕਾਰ ਦੇ ਅੰਕੜੇ ਨੇ ਕੋਵਿਡ ਦੇ ਟਾਈਮ ਦੇ ਵਿੱਚ 2 ਕਰੋੜ ਤੋਂ ਵੱਧ ਨੌਕਰੀਆਂ ਚਲੀਆਂ ਗਈਆਂ। ਅਨੁਮਾਨਿਤ ਫਿਗਰ 5 ਕਰੋੜ ਤੱਕ ਜਾਂਦੀ ਹੈ ਵੀ ਜੇ ਅਸੀਂ ਪ੍ਰਾਈਵੇਟ ਸੈਕਟਰ ਨੂੰ ਵੀ ਦੇਖ ਲਈਏ ਤਾਂ ਲਗਭਗ 5 ਕਰੋੜ ਨੌਕਰੀਆਂ ਚਲੀਆਂ ਗਈਆਂ ਜੀ। ਤਾਂ ਕਿਸ ਤਰ੍ਹਾਂ ਸਰਕਾਰ ਦੇ ਕਹਿਣ ਦੇ ਉੱਤੇ ਵਿਸ਼ਵਾਸ ਕਰ ਲੈਣਗੇ? ਹੁਣ ਤੁਸੀਂ ਦੇਖੋ ਕਿ ਕਹਿੰਦੇ ਜੀ ਜਿਹੜੀਆਂ ਕੰਪਨੀਆਂ ਲੈ ਕੇ ਆਉਂਦੀਆਂ ਸੀ ਬੀਮਾ ਕੰਪਨੀਆਂ,
ਉਹਨਾਂ ਕਿੰਨੀਆਂ ਬੀਮਾ ਕੰਪਨੀਆਂ ਨੇ ਖਰਾਬੇ ਦੇ ਪੈਸੇ ਦਿੱਤੇ ਨੇ ਸਰ। ਕਿਸਾਨਾਂ ਦੀ ਫਸਲਾਂ ਜਿਹੜੀਆਂ ਨੇ ਉਹ ਹੜ੍ਹਾਂ ਦੇ ਵਿੱਚ ਵੀ ਹੜ ਗਈਆਂ ਨੇ, ਸੋਕੇ 'ਚ ਵੀ ਤਬਾਹ ਹੁੰਦੀਆਂ ਨੇ, ਲੇਕਿਨ ਕਿੰਨੇ ਕੇ ਕੇਸ ਨੇ ਜਿਹੜੇ ਫਾਈਨਲਾਈਜ਼ ਹੁੰਦੇ ਨੇ। ਅਲਟੀਮੇਟਲੀ ਜਿਹੜੀ ਕ੍ਰੈਡੀਬਿਲਿਟੀ ਹੈਗੀ ਉਹ ਜਦ ਤੱਕ ਲੋਕਾਂ ਦੇ ਵਿੱਚ ਐਸਟੈਬਲਿਸ਼ ਨਹੀਂ ਹੁੰਦੀ ਹੈ, ਜੀ ਲੋਕ ਜਿਹੜੇ ਸਰਕਾਰ ਦੇ ਵਾਅਦਿਆਂ ਦੇ ਉੱਤੇ ਬਹੁਤਾ ਜ਼ਿਆਦਾ ਰਿਲਾਈ ਨਹੀਂ ਕਰਦੇ ਹੈਗੇ। ਜੀ ਇਹ ਇੱਕ ਸਮੱਸਿਆ ਜੀ। ਗੁਰਬਾਜ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਚੀਜ਼ ਐਡ ਔਨ ਹੋਣ ਦੇ ਨਾਲ ਜਿਹੜਾ ਬਿੱਲ ਇਹ ਥੋੜਾ ਸੁਰੱਖਿਅਤ ਹੋ ਸਕਦਾ ਹੈ ਤੇ ਕਿਸਾਨ ਥੋੜੇ ਖੁਸ਼ ਹੋ ਸਕਦੇ ਨੇ? ਇਹ ਇਸ ਤਰ੍ਹਾਂ ਹੈ ਜੀ ਕਿ ਜੇ ਸਰਕਾਰ ਸਿਰਫ ਈਗੋ ਪ੍ਰੋਬਲਮ ਹੈ, ਜਿੱਥੇ ਤੱਕ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਜੇ ਮਾਨਯੋਗ ਰਾਸ਼ਟਰਪਤੀ ਨੇਗੇ ਹਿੰਦੁਸਤਾਨ ਦੇ, ਭਾਰਤ ਦੇ, ਉਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਮਿਲ ਕੇ ਆਈਆਂ ਨੇ, ਜੇ ਉਹ ਇਸ ਬਿੱਲ ਨੂੰ ਵਾਪਸ ਕਰ ਦੇਣ ਰਾਜ ਸਭਾ ਨੂੰ ਤੇ ਲੋਕ ਸਭਾ ਨੂੰ, ਇਹਨੂੰ ਤੁਸੀਂ ਦੁਬਾਰਾ ਗੌਰ ਕਰੋ ਤੇ ਗੌਰ ਲਈ ਜੇਕਰ ਕੇਂਦਰ ਸਰਕਾਰ ਇਸ ਦੇ ਵਿੱਚ ਇਸ ਚੀਜ਼ ਨੂੰ ਸਿਰਫ ਸ਼ਬਦ ਨੂੰ ਐਂਟਰ ਕਰ ਦਿੰਦੀ ਹੈ MSP ਮਿਨੀਮਮ ਸਪੋਰਟ ਪ੍ਰਾਈਸ, ਤਾਂ ਲੋਕਾਂ ਦੇ ਵਿੱਚ ਜਿਹੜਾ ਖਦਸ਼ਾ ਖਤਮ ਹੋ ਜਾਊਗਾ। ਖਦਸ਼ਾ ਖਤਮ ਹੋ ਜਾਊਗਾ ਤਾਂ ਫਿਰ ਇਹ ਜਿਹੜਾ ਐਡਾ ਵੱਡਾ ਬਣਿਆ ਹੋਇਆ ਉਹ ਸਿਸਟਮ ਹੈ ਉਹ ਚੱਲ ਸਕਦਾ ਹੈਗਾ। ਇਹਦੇ ਵਿੱਚ ਕੋਈ ਖਰਾਬੀ ਨਹੀਂ ਹੈ। ਜਦ ਤੱਕ ਅਸੀਂ ਸਿਸਟਮ ਨੂੰ ਪਰਖਿਆ ਨਹੀਂ, ਅਸੀਂ ਉਸ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ। ਲੇਕਿਨ ਇਹ ਜਿਹੜੀ ਜਦੋਂ ਤੱਕ ਕੌਨਫੀਡੈਂਸ ਆਪਸ ਦੇ ਵਿੱਚ ਇੰਨੀ ਤਾਲਮੇਲ ਨਹੀਂ ਹੁੰਦਾ ਹੈਗਾ। ਹੁਣ ਮੰਡੀਆਂ ਇੱਕ ਐਡਾ ਵੱਡਾ ਇਨਫਰਾਸਟ੍ਰਕਚਰ ਜਿਹੜੀਆਂ ਨੇ ਫੈਡਰਲ ਸਿਸਟਮ 'ਚ ਰਾਜ ਸਰਕਾਰਾਂ ਨੇ ਬਣਾਇਆ ਹੋਇਆ, ਇੰਨੇ ਵੱਡੇ ਦਫ਼ਤਰ ਬਣਾਏ ਨੇ, ਮੰਡੀਆਂ ਬਣਾਈਆਂ ਨੇ। ਜੇ ਤੁਸੀਂ ਪ੍ਰਾਈਵੇਟ ਪਲੇਅਰਸ ਨੂੰ ਦੇ ਦੋਗੇ ਮੰਡੀਆਂ, ਤਾਂ ਇੱਕ ਵੇਸਟੇਜ ਹੋ ਜਾਣਗੀਆਂ ਸਾਰੀ ਦੀ ਸਾਰੀਆਂ। ਜੀ ਸਰ, ਗੋ ਇਨਟੂ ਬਿਲੀਅਨਸ ਐਂਡ ਟ੍ਰਿਲੀਅਨਸ ਆਫ ਰੁਪੀਸ। ਹੂ ਵਿਲ ਬੀ ਰਿਸਪੌਂਸਿਬਲ ਫॉर ਇਹ ਜਿਹੜਾ ਸਾਰਾ ਇਹਦਾ ਘਾਣ ਹੋਊਗਾ ਇਸ ਦਾ ਜਿਹੜੇ ਹੈਗਾ। ਜੀ ਕਹਿਣ ਦਾ ਭਾਵ ਹੈ ਜਦ ਤੱਕ ਅਸੀਂ ਇਸ ਚੀਜ਼ ਦੇ ਵਿੱਚ ਕੇਂਦਰ ਸਰਕਾਰ ਥੋੜਾ ਥੱਲੇ ਆਵੇ, ਕਿਸਾਨਾਂ ਨਾਲ ਮਿਲੇ, ਗੱਲ ਕਰੇ, MSP ਦੇ ਨਾਲ ਜੇ ਮਸਲਾ ਹੱਲ ਹੁੰਦਾ, MSP ਨਾਲ ਕੋਈ ਖਾਸ ਬੜੀ ਗੱਲ ਨਹੀਂ ਹੈ। ਸਰਕਾਰ ਇੱਕ ਸਿਕਿਉਰਿਟੀ ਉਹ ਦਊਗੀ ਕਿ ਜੇ ਪ੍ਰਾਈਵੇਟ ਪਲੇਅਰ ਨਹੀਂ ਖਰੀਦੂਗਾ ਤਾਂ ਅਸੀਂ ਖਰੀਦ ਲਾਂਗੇ, ਹੋਰ ਕੋਈ ਖਾਸ ਬੜੀ ਗੱਲ ਨਹੀਂ। ਜੀ ਗੁਰਬਾਜ ਸਿੰਘ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸਰ, ਮਿਹਰਬਾਨੀ ਜੀ। ਚਲੋ ਜੀ, ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਪੰਜਾਬ ਚਰਚਾ, ਜਿਸ ਵਿੱਚ ਅਸੀਂ ਅਲੱਗ-ਅਲੱਗ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਹੈ ਖੇਤੀਬਾੜੀ ਨਾਲ ਸੰਬੰਧਿਤ ਤਿੰਨੋਂ ਬਿੱਲਾਂ ਦੇ ਬਾਰੇ। ਸੋ ਹੋਰ ਵੀ ਵਿਸ਼ਿਆਂ ਦੇ ਨਾਲ ਬਾਰ-ਬਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।